अस्सलामुअलैकुम सलाम आदाब सत श्री अकाल साਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਅਖੀਲ ਸ਼ਾਹ ਕੋਟੀ ਪੰਜਾਬੀ ਕਲਾਕਾਰ 'ਚ ਸਾਰਿਆਂ ਨੂੰ ਵੈਲਕਮ ਕਰਦੇ ਹਾਂ। ਔਰ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬੀ ਕਲਾਕਾਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਾਕਾਰਾਂ ਨਾਲ ਮਿਲਵਾਉਂਦੇ ਹਾਂ। ਔਰ ਅੱਜ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਨੇ ਉਹ ਬਹੁਤ ਹੀ ਵਧੀਆ, ਉਹਨਾਂ ਕੋ ਖੁਦਾ ਨੇ ਉਹਨਾਂ ਨੂੰ ਬੜੀ ਕਲਾ ਦਿੱਤੀ ਹੈ ਤੇ ਮੈਂ ਤਾਂ ਕਹਿੰਦਾ ਕਿ ਟਾਈਮ ਨਾ ਹੀ ਵੇਸਟ ਕਰੀਏ ਤੇ ਉਹਨਾਂ ਦੇ रूबरू कराइए ਤੁਹਾਨੂੰ, क्योंकि वो ਇੰਨਾ ਕੁਝ ਕਰਦੇ ਨੇ ਕਿ ਮੈਂ ਗਿਣਾਂਗਾ ਤੇ एतजाज़ अयाज साहब अस्सलाम वालेकुम, ਕੀ ਹਾਲ ਹੈ? ਠੀਕ ਹੋ ਭਾਜੀ? ਠੀਕ ਠਾਕ, ਸ਼ੁਕਰ ਭਾਜੀ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਅਪਕਮਿੰਗ ਜਿਹੜਾ ਤੁਸੀਂ ਟਰੈਕ ਬਣਾ ਰਹੇ ਹੋ। ਇਹਨਾਂ ਦਾ ਰੈਪ ਸੌਂਗ ਆ ਰਿਹਾ ਜਿਸ ਦੀ ਵਜ੍ਹਾ ਤੋਂ ਅਸੀਂ ਇਹਨਾਂ ਦੇ ਕੋਲ ਆਏ ਤੇ ਸਰ ਅਸੀਂ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਜ਼ਰੂਰ ਜੀ, ਕਿਉਂਕਿ ਜਿੰਨਾ ਕੁਝ ਤੁਸੀਂ ਸਜਾਇਆ ਮੈਂ ਕਹਿੰਦਾ ਕਿ ਕੀ ਬਾਤ ਹੈ। ਇਹਨਾਂ ਦੀ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ ਇਹ ਫਿਰ ਵੀ ਮਿਊਜ਼ਿਕ ਵਾਸਤੇ ਟਾਈਮ ਕੱਢਦੇ ਨੇ, ਕੀ ਬਾਤ। ਭਾਜੀ ਮੈਂ ਇਹਦਾ ਸਭ ਤੋਂ ਪਹਿਲੇ ਰਾਜ਼ ਪੁੱਛਾਂਗਾ ਕਿ ਕੀ ਰਾਜ਼ ਹੈ ਕਿ ਇੰਨਾ ਕੁਝ ਮੈਨੂੰ ਤਾਂ ਯਾਦ ਨਹੀਂ ਹੈ। ਮੈਂ ਕਹਿੰਦਾ ਤੁਸੀਂ ਖੁਦ ਇੱਕ ਦਫਾ ਦੱਸੋ ਕੀ ਬਾਤ। ਮੈਂ ਜ਼ਰੂਰ ਮੈਂ ਦੱਸਣਾ ਵਾ। ਅਸਲ 'ਚ ਗੱਲ ਇਹ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਵੀ ਕਿਸੇ ਇੱਕ ਸ਼ਹਿਰ ਦੇ ਪਿੱਛੇ ਹੀ ਪਏ ਰਹਿੰਦੇ ਨੇ, ਮਤਲਬ ਨਾ ਜ਼ਿੰਦਗੀ ਦੇ ਵਿੱਚ। ਤੇ ਹੁੰਦਾ ਹੈ ਕਿ ਜੇ ਉਹਦੇ ਵਿੱਚ ਉਹ ਫੇਲ ਹੋ ਜਾਂਦੇ ਨੇ ਤੇ ਮਤਲਬ ਉਹ ਕੀ ਕਰਦੇ ਨੇ ਕਿ ਫਿਰ ਉਹ ਦਿਲ ਛੋਟਾ ਹੋ ਜਾਂਦਾ ਉਹਨਾਂ ਦਾ। ਫਿਰ ਕਹਿੰਦੇ ਨੇ ਯਾਰ ਇਹ ਮਤਲਬ ਬਸ ਮਾਯੂਸੀ ਆ ਗਈ ਹੈ ਕਿ ਮਤਲਬ ਇਸ ਚੀਜ਼ ਦੇ ਵਿੱਚ ਮੈਂ ਨਹੀਂ ਕਰ ਸਕਿਆ। ਤੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਮੈਂ ਬਚਪਨ ਦੇ ਵਿੱਚ ਜਿਹੜਾ ਨਾ ਮਤਲਬ ਮੈਨੂੰ ਸ਼ੁਰੂ ਤੋਂ ਹੀ, ਸ਼ਾਇਦ ਮੈਨੂੰ ਯਾਦ ਨਹੀਂ ਕਦੋਂ, ਲੇਕਿਨ ਐਵੇਂ ਕਿ ਜਦੋਂ ਤੋਂ ਮੈਂ ਮਤਲਬ ਮੇਰੀ ਹੋਸ਼ ਮੈਂ ਸੰਭਾਲਿਆ ਵੇ ਤੇ ਮੈਨੂੰ ਨਾ ਰਿਜੈਕਸ਼ਨ ਸ਼ੁਰੂ ਤੋਂ ਹੀ ਨਹੀਂ ਪਸੰਦ। ਮੈਨੂੰ ਮਤਲਬ ਜਿਹੜਾ ਨਾ ਇਹ ਚੀਜ਼ ਨਹੀਂ ਪਸੰਦ ਕਿ ਮੈਨੂੰ ਕੋਈ ਰੱਦ ਕਰ ਲਵੇ, ਠੀਕ ਹੈ। ਤੇ ਇਹ ਖੁਦਾ ਵੱਲੋਂ ਸ਼ਾਇਦ ਇੱਕ ਮਤਲਬ ਅੰਦਰੋਂ ਇੱਕ ਸੋਚ ਇੱਕ ਚੀਜ਼ ਹੈ। ਤੇ ਮੈਂ ਜਿਹੜਾ ਨਾ ਮਤਲਬ ਦੇਖਿਆ ਕਿ ਮਤਲਬ ਲੱਗੇ ਹੋਏ ਨੇ ਮੁੰਡੇ ਮਤਲਬ ਕਿੱਕਾਂ ਮਾਰਨਗੇ, ਉਹ ਸਭ ਕੁਝ ਕਰਨ, ਠੀਕ ਹੈ। ਮੈਂ ਉਹਨਾਂ ਦੇ ਵਿੱਚ ਗਿਆ ਤੇ ਮੈਂ ਵੇਖਿਆ, ਮੈਂ ਕਿਹਾ ਯਾਰ ਚਲੋ ਇਹ ਸਿੱਖਣੇ ਆ, ਠੀਕ ਹੈ। ਮਾਰਸ਼ਲ ਆਰਟਸ ਵੱਲ ਆਇਆ, ਸਿੱਖਣਾ ਸ਼ੁਰੂ ਕੀਤਾ ਤੇ ਮਤਲਬ ਉਹਨਾਂ ਦੇ ਵਿੱਚ ਐਕਸੈਪਟ ਹੋਣ ਵਾਸਤੇ ਕਿ ਮਤਲਬ ਠੀਕ ਹੈ ਦੋਸਤ ਯਾਰ ਕਰ ਰਹੇ ਨੇ। ਫਿਰ ਦੋਸਤਾਂ ਯਾਰਾਂ ਨੇ ਸਕੂਲ ਲਾਈਫ ਦੇ ਵਿੱਚ ਉਹਨਾਂ ਨੇ ਬੈਂਡ ਸ਼ੈਂਡ ਛੋਟਾ ਮੋਟਾ ਬਣਾਇਆ, ਮਿਊਜ਼ਿਕ ਸ਼ੂਜ਼ਿਕ ਕਰਨਾ ਸ਼ੁਰੂ ਕੀਤਾ। ਤੇ ਮੈਂ ਕਿ ਯਾਰ ਚਲੋ ਇਹਨਾਂ ਦੇ ਅੰਦਰ ਐਕਸੈਪਟ ਹੋਣ ਵਾਸਤੇ ਮਤਲਬ ਮਿਊਜ਼ਿਕਲ ਆਉਂਦੇ ਆ, ਠੀਕ ਹੈ। ਤੇ ਮਿਊਜ਼ਿਕ ਦੇ ਵਿੱਚ ਮਤਲਬ ਕਿਉਂਕਿ ਮੈਨੂੰ ਕੰਪਿਊਟਰ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਤੇ ਮਤਲਬ ਉਹ ਦੋਸਤਾਂ ਯਾਰਾਂ ਨੇ ਕਿਹਾ ਕਿ ਚੱਲ ਤੂੰ ਮਿਊਜ਼ਿਕ ਬਣਾਉਣਾ ਜਾਂ ਮਾਸਟਰਿੰਗ ਮਿਕਸਿੰਗ ਵੱਲ ਵਾ, ਠੀਕ ਹੈ। ਤੇ ਫਿਰ ਮੈਂ ਸਿੰਗਰਾਂ ਨੂੰ ਸੁਣਨਾ ਸੀ ਤੇ ਸਿੰਗਰਾਂ ਨੂੰ ਸੁਣਿਆ ਤੇ ਮੈਂ ਦੇਖਿਆ ਇਹਨਾਂ ਨੂੰ ਬੜਾ ਅਪਰੇਜ਼ ਕੀਤਾ ਜਾਂਦਾ, ਬੜਾ ਇਹਨਾਂ ਦਾ ਮਤਲਬ ਮਤਲਬ ਇਹਨਾਂ ਦੀ ਇੱਕ ਵਰਥ ਹੈ, ਠੀਕ ਹੈ। ਤੇ ਮੈਂ ਸੋਚਿਆ ਚਲੋ ਗਾ ਕੇ ਦੇਖਦੇ ਹਾਂ। ਸ਼ੁਰੂ 'ਚ ਬਹੁਤ ਹੀ ਭਾੜਾ ਕਰਨਾ ਸੀ, ਠੀਕ ਹੈ, ਸਿੱਧੀ ਜਿਹੜੀ ਗੱਲ ਹੈ। ਫਿਰ ਆਹਿਸਤਾ ਆਹਿਸਤਾ ਹੋਇਆ ਕਿ ਮਤਲਬ ਬਿਹਤਰ ਹੋ ਗਈ ਆਵਾਜ਼। ਫਿਰ ਮੈਂ ਮਤਲਬ ਜਿਹੜਾ ਮੈਂ ਨਾ ਬਾਈ ਪ੍ਰੋਫੈਸ਼ਨ ਮੈਂ ਲੈਕਚਰਰ ਹਾਂ ਨਰਸਿੰਗ ਯੂਨੀਵਰਸਿਟੀ ਦੇ ਵਿੱਚ। ਮੈਂ ਮਤਲਬ ਟੀਚ ਕਰ ਰਿਹਾ ਹਾਂ ਕਰੰਟਲੀ ਤੇ ਮਤਲਬ 8 to 4 ਮੇਰੀ ਜਿਹੜੀ ਹੈ ਨਾ ਪਰਮਾਨੈਂਟ ਜੌਬ ਹੈ। ਦਿਨ ਦੇ ਟਾਈਮ ਮੈਂ ਜੌਬ ਤੋਂ ਨਾ, ਲੇਕਿਨ ਐਵੇਂ ਕਿ ਸ਼ਾਮ ਦੇ ਟਾਈਮ ਮੇਰੀ ਆਪਣੀ ਦੁਨੀਆ ਜਿਹਦੇ ਵਿੱਚ ਮਤਲਬ ਜਿਹੜਾ ਨਾ ਮੈਂ ਮਤਲਬ ਆਪਣੀ ਲਾਈਫ ਨੂੰ ਡੈਡੀਕੇਟ ਕੀਤਾ ਮਿਊਜ਼ਿਕ ਵਾਸਤੇ। ਬਹੁਤ ਨਾਲ ਜੀ ਬਿਲਕੁਲ, ਥੈਂਕ ਯੂ ਸੋ ਮਚ। ਮੈਂ ਪਿਆਨੋ ਪਲੇ ਕਰਨਾ ਵਾ ਤੇ ਨਾਲ ਮਤਲਬ ਗਿਟਾਰ ਵਗੈਰਾ ਪਲੇ ਕਰਨਾ, ਸਿੰਗਿੰਗ ਵੀ ਕਰਨਾ। ਔਰ ਮੈਂ ਪੁੱਛਣਾ ਚਾਹਾਂਗਾ ਕਿ ਬਹੁਤ ਸਾਰੇ ਐਸੇ ਸਾਡੇ ਵੀਰ ਨੇ ਜਿਹੜੇ ਕਿ ਇੰਸਟਰੂਮੈਂਟ ਪਲੇ ਕਰਦੇ ਨੇ ਲੇਕਿਨ ਉਹ ਛੋੜ ਦਿੰਦੇ ਨੇ ਕਿ ਯਾਰ ਮੈਂ ਜੌਬ ਕਰ ਰਿਹਾ ਵਾਂ ਜਾਂ ਮੈਂ ਇਤਨਾ ਸਾਰਾ ਪੜਿਆ ਵਾ, ਮੈਂ ਇਹ ਉਹ ਨਹੀਂ ਕਰਦੇ। ਮੈਂ ਚਾਹਾਂਗਾ ਤੁਹਾਡੇ ਕੋਲ ਪੁੱਛਣਾ ਕਿ ਤੁਸੀਂ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਕਰ ਲੈਂਦੇ? ਕਿ ਅਸਲ 'ਚ ਗੱਲ ਮੈਂ ਬਿਲਕੁਲ ਤੁਹਾਡੀ ਗੱਲ ਸਮਝ ਗਿਆ, ਪਰ ਮੈਂ ਆਪ ਹੀ ਇਸ ਤਰ੍ਹਾਂ ਰਿਹਾ ਵਾਂ ਕੁਝ ਅਰਸੇ ਵਿੱਚ। ਇਹ ਨੈਚੁਰਲ ਪ੍ਰੋਸੈਸ ਹੈ, ਲੇਕਿਨ ਮੈਂ ਸਮਝਦਾ ਵਾਂ ਕਿ ਜਦੋਂ ਤੁਸੀਂ ਕਿਸੇ ਚੀਜ਼ ਦੇ ਬਾਰੇ 'ਚ ਪੈਸ਼ਨੇਟ ਹੋ ਨਾ, ਤੁਸੀਂ ਮਤਲਬ ਤੁਹਾਨੂੰ ਉਹ ਚੀਜ਼ ਅੱਛੀ ਲੱਗਦੀ। ਪੈਸ਼ਨ ਦਾ ਮਤਲਬ ਪੈਸ਼ਨ ਬੇਸਿਕਲੀ ਬੇਕਾਰ ਲਫ਼ਜ਼ ਹੈ, ਠੀਕ ਹੈ, ਲੇਕਿਨ ਤੁਹਾਨੂੰ ਚੀਜ਼ ਸਕੂਨ ਦਿੰਦੀ ਹੈ, ਤੁਹਾਨੂੰ ਚੀਜ਼ ਨਾਲ ਰਾਹਤ ਮਿਲਦੀ ਹੈ, ਠੀਕ ਹੈ। ਤੁਹਾਨੂੰ ਕਿਸੇ ਬੰਨਿਓ ਸਕੂਨ ਆ ਰਿਹਾ ਵੇ, ਠੀਕ ਹੈ, ਤੇ ਤੁਸੀਂ ਉਹ ਚੀਜ਼ ਕਰਦੇ ਹੋ ਨਾ ਸ਼ੁਰੂ ਦੇ ਵਿੱਚ, ਤੇ ਉਹ ਚੀਜ਼ ਦਾ ਤੁਹਾਨੂੰ ਇਹ ਦੇਖਣਾ ਬਹੁਤ ਜ਼ਰੂਰੀ ਕਿ ਯਾਰ ਚੀਜ਼ ਤੋਂ ਮੈਨੂੰ ਮਿਲਦਾ ਕੀ ਹੈ, ਠੀਕ ਹੈ। ਸਕੂਨ ਮਿਲ ਰਿਹਾ ਵੇ, ਲੋਕਾਂ ਦਾ ਅਪਰੂਵਲ ਮਿਲ ਰਿਹਾ ਵੇ, ਲੋਕੀ ਖੁਸ਼ ਹੋ ਰਹੇ ਨੇ ਦੇਖ ਕੇ, ਕਿਉਂਕਿ ਇਹ ਚੀਜ਼ ਸਿਰਫ ਤੁਸੀਂ ਉਦੋਂ ਹੀ ਕਰ ਸਕਦੇ ਹੋ ਜੇ ਤੁਸੀਂ ਆਪਣੇ ਪਰਸਨਲ ਵਾਸਤੇ ਕਰ ਰਹੇ ਹੋ, ਠੀਕ ਹੈ। ਵੱਡੇ ਵੱਡੇ ਆਰਟਿਸਟ ਦੇਖ ਲਵੋ ਤੁਸੀਂ, ਉਹ ਦੂਸਰੇ ਨੂੰ ਬਾਅਦ 'ਚ ਖੁਸ਼ ਕਰਦੇ ਨੇ ਜਾਂ ਦੂਸਰੇ ਦੀ ਤਾਰੀਫ ਦਾ ਮੰਬਾ ਬਾਅਦ 'ਚ ਪਾਉਂਦੇ ਨੇ। ਪਹਿਲੇ ਉਹ ਆਪਣੇ ਆਪ ਦੇ ਅੰਦਰ ਇੱਕ ਮਤਲਬ ਨਾ ਦੁਨੀਆ ਹੁੰਦੇ ਨੇ, ਠੀਕ ਹੈ। ਤੇ ਤੁਹਾਡਾ ਸਵਾਲ ਸੀ ਕਿ ਟਾਈਮ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ, ਤੇ ਉਹਦੇ ਵਿੱਚ ਇਹ ਕਿ ਮਤਲਬ ਮੈਂ ਸਮਝਦਾ ਵਾਂ ਕਿ ਮੈਂ ਪਾਰਟ ਟਾਈਮ ਲੈਕਚਰਰ ਹਾਂ, ਠੀਕ ਹੈ, ਮੈਂ ਫੁੱਲ ਟਾਈਮ ਮਿਊਜ਼ੀਸ਼ੀਅਨ ਹਾਂ। ਲੋਕੀ ਸਮਝਦੇ ਨੇ ਕਿ ਜੀ ਮੈਂ ਦਿਨ ਦਾ ਟਾਈਮ ਮਤਲਬ ਇਹ ਕਰਨਾ ਤੇ ਫੁੱਲ ਟਾਈਮ ਮੇਰੀ ਇਹ ਜੌਬ ਹੈ ਤੇ ਪਾਰਟ ਟਾਈਮ ਮੈਂ ਗਿਟਾਰ ਵੀ ਵਜਾਉਣਾ ਵਾ, ਠੀਕ ਹੈ। ਮੈਂ ਆਪਣੇ ਆਪ ਨੂੰ ਇੱਕ ਫੁੱਲ ਟਾਈਮ ਮਿਊਜ਼ੀਸ਼ੀਅਨ ਵੇਖਣਾ ਵਾ, ਠੀਕ ਹੈ। ਤੇ ਪਾਰਟ ਟਾਈਮ ਮੈਂ ਆਪਣੀ ਡੇ ਜੌਬ ਜਿਹੜੀ ਉਹ ਐਜ਼ ਅ ਲੈਕਚਰਰ ਕਰ ਰਿਹਾ ਹਾਂ। ਤੇ ਨੋ ਡਾਊਟ ਬਹੁਤ ਡਿਫਿਕਲਟ ਹੈ, ਲੇਕਿਨ ਆਪਣੇ ਆਪ ਨੂੰ ਬਹੁਤ ਡਿਸਿਪਲਿਨ ਰੱਖਣਾ ਪੈਂਦਾ। ਮਤਲਬ ਤੇ ਯਾਨੀ ਕਿ ਸੁਰ ਜਿਹੜਾ ਹੈ, ਸੁਰ
ਯਾਨੀ ਤੁਸੀਂ 뮤직 ਨੂੰ ਕਹਿੰਦੇ ਹੋ ਕਿ ਇੱਕ ਬੜੀ ਵੱਡੀ ਨਿਮਤ ਆ ਰੱਬ ਦੀ ਕਿ ਜਿਹੜੀ ਸਾਡੇ ਅੰਦਰ ਹੁੰਦੀ, ਔਰ ਉਹੀ ਬੰਦਾ ਕਰਦਾ ਵਾ ਕਿ ਜਿਹਨੂੰ ਅੰਦਰੋਂ ਹੋਵੇ। ਹੋ ਸਕਦਾ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਐਗਰੀ ਵੀ ਕਰਾਂਗਾ, ਥੋੜਾ ਜਿਹਾ ਡਿਸਐਗਰੀ ਵੀ ਕਰਾਂਗਾ। ਉਹ ਇਸ ਤਰ੍ਹਾਂ ਵੇ ਕਿ ਮਤਲਬ ਜਿਹੜੇ ਤੁਸੀਂ ਕਹਿ ਰਹੇ ਸੀ ਨਾ ਲੜਕੇ ਸ਼ੁਰੂ ਕਰਦੇ ਨੇ ਛੱਡ ਦਿੰਦੇ ਨੇ, ਉਹਨਾਂ ਦੇ ਅੰਦਰ ਉਹ ਚੀਜ਼ ਨਹੀਂ ਹੁੰਦੀ। ਲੇਕਿਨ ਹੁਣ ਮਤਲਬ ਕਿਉਂਕਿ ਮੈਂ ਬੇਸਿਕਲੀ ਮੇਰੀ ਬਹੁਤ ਸਟੱਡੀ ਦੀ ਲਰਨਿੰਗ ਦੀ ਆਦਤ ਹੈ, ਨਾ ਸਿਰਫ 뮤직 ਦੇ ਬਾਰੇ ਚ ਬਲਕਿ ਮੈਂ ਹਰ ਐਸਪੈਕਟ ਆਫ ਲਾਈਫ ਨੂੰ ਸਟੱਡੀ ਕਰਨਾ ਵਾ ਕਿ ਮਤਲਬ ਯਾਰ ਇਹ ਹੈ ਵੇ ਤੇ ਕਿਉਂ ਹੈ, ਇਹ ਨਹੀਂ ਹੈ ਤੇ ਕਿਉਂ ਨਹੀਂ ਹੈ। ਤੇ ਜਿਹੜੀ ਗੱਲ ਦਾ ਇਹ ਤੁਹਾਡਾ ਜਵਾਬ ਹੈ ਨਾ ਕਿ ਮਤਲਬ ਲੋਕੀ ਛੱਡ ਦਿੰਦੇ ਨੇ, ਹੁੰਦਾ ਇਹ ਵੇ ਕਿ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਾ, ਤੇ ਇੱਕ ਰਿਸਰਚ ਹੋਈ ਸੀ ਉਹਦੇ ਵਿੱਚ ਉਹਨਾਂ ਕਿਹਾ ਕਿ ਮਤਲਬ ਜਿਹੜਾ ਨਾ ਉਹਨਾਂ ਵੇਖਣਾ ਸ਼ੁਰੂ ਕੀਤਾ ਕਿ ਆਦਤ ਕਿਸ ਤਰ੍ਹਾਂ ਬਣਦੀ ਹੈ ਜਾਂ ਆਦਤ ਛੁੱਟਦੀ ਕਿਸ ਤਰ੍ਹਾਂ। ਉਹਨਾਂ ਨੇ ਦੇਖਿਆ ਕਿ ਮਤਲਬ ਜਿਹੜਾ ਨਾ ਕੋਈ ਵੀ ਇਨਸਾਨ ਜਿਹੜਾ ਨਾ ਜੇ ਕੋਈ ਆਦਤ ਅਪਣਾਉਣਾ ਚਾਹੁੰਦਾ ਨਾ ਤੇ ਉਹਨੂੰ ਤਕਰੀਬਨ 18 ਦਿਨ ਲੱਗਦੇ ਨੇ, ਘੱਟ ਤੋਂ ਘੱਟ ਵੀ ਲਗਾਤਾਰ ਉਹ ਚੀਜ਼ ਕਰਨੀ ਹੁੰਦੀ ਹੈ। 18 ਦਿਨ ਘੱਟ ਤੋਂ ਘੱਟ ਨੇ, 66 ਦਿਨ ਜਿਹੜੇ ਨੇ ਨਾ ਉਹ ਐਵਰੇਜ ਬੰਦੇ ਨੂੰ ਲੱਗਦੇ ਨੇ, ਤੇ 254 ਦਿਨ ਜਿਹੜੇ ਨੇ ਨਾ ਉਹ ਲੱਗਦੇ ਨੇ ਬੰਦੇ ਨੂੰ ਮੈਕਸਿਮਮ ਨਹੀਂ ਬਣਾਉਣ ਚ। ਛੋੜਨ ਦਾ ਵੀ ਇਹੋ ਹੀ ਹੈ, ਯਾਨੀ ਛੱਡਣ ਦਾ ਵੀ ਇਹੋ ਹੀ ਹੈ, ਬਣਾਉਣ ਦਾ ਵੀ ਇਹੋ ਹੀ ਹੈ। ਹੁਣ ਜਿਹੜਾ ਵੇ ਲੋਕੀ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਕਰਦੇ ਨੇ ਛੱਡ ਦਿੰਦੇ ਨੇ, 10 ਦਿਨ ਵੀ ਨਹੀਂ ਕਰਦੇ, ਹਾਂਜੀ ਹੈ ਨਾ, 10 ਦਿਨ ਵੀ ਨਹੀਂ ਕਰਦੇ। ਨਹੀਂ ਮੈਂ ਜਾਂ ਛੱਡ ਕੇ ਕਰਦੇ ਨੇ। ਹੁਣ ਰਿਸਰਚ ਕਹਿੰਦੀ ਕਿ ਵੀ ਆਦਤ ਬਣਾਉਣ ਵਾਸਤੇ ਇਕੱਠੇ ਤੁਹਾਨੂੰ ਘੱਟ ਤੋਂ ਘੱਟ 18 21 30 ਦਿਨ ਲਗਾਤਾਰ ਉਹ ਕੰਮ ਕਰਨਾ ਪਏਗਾ। ਹੁਣ ਉਹ ਇਹ ਨਹੀਂ ਕਹਿੰਦੀ ਕਿ ਅਸੀਂ ਸੋਚਣਾ ਕਿ ਪਤਾ ਨਹੀਂ ਕੋਈ ਚੀਜ਼ ਕਰਨ ਵਾਸਤੇ ਯਾਰ ਅੱਜ ਤੋਂ ਮੈਂ ਗਿਟਾਰ ਵਜਾਉਣਾ ਸ਼ੁਰੂ ਕਰਨਾ ਤੇ ਭਾਈ ਮੈਂ ਡੇਲੀ ਘੰਟਾ ਗਿਟਾਰ ਹੀ ਵਜਾਣਾ, ਠੀਕ ਹੈ। ਹੁਣ ਘੰਟਾ ਤੇ ਪੋਸੀਬਲ ਹੀ ਨਹੀਂ ਹੈ ਡੇਲੀ ਤੁਸੀਂ ਸ਼ੁਰੂ ਕਰ ਦਿਓ, ਤੇ ਇਸ ਤਰ੍ਹਾਂ ਹੀ ਜਿਵੇਂ ਜਿਮ ਜਾ ਕੇ ਤੁਸੀਂ ਘੰਟਾ ਡੇਲੀ ਵਰਜ਼ਿਸ਼ ਨਹੀਂ ਸ਼ੁਰੂ ਕਰ ਸਕਦੇ, ਤੁਸੀਂ ਕਦੀ ਨਹੀਂ ਕੀਤੀ। ਤੇ ਮੈਂ ਪਰਸਨਲੀ ਆਪਣੀ ਆਦਤ ਡਿਵੈਲਪ ਕੀਤੀਆਂ ਨੇ ਥੋੜੀਆਂ ਕਰਕੇ ਕਿ ਯਾਰ 5 ਮਿੰਟ ਦਿਲ ਕਰ ਰਿਹਾ ਗਿਟਾਰ ਨੂੰ ਟੱਚ ਕਰ ਲਈਏ, 5 ਮਿੰਟ ਦਿਲ ਕਰ ਰਿਹਾ ਪਿਆਨੋ ਵਜਾ ਲਈ, ਲੇਕਿਨ ਫਿਰ ਉਹ 5 ਮਿੰਟ ਵੱਧਦੇ ਜਾਂਦੇ ਨੇ ਆਹਿਸਤਾ। ਤੇ ਮੇਰਾ ਮਸ਼ਵਰਾ ਇਹੋ ਹੀ ਹੈ ਜੇ ਕੋਈ ਸ਼ੁਰੂ ਕਰ ਰਿਹਾ ਤੇ ਜੇ ਉਹ ਬਾਰ-ਬਾਰ ਛੱਡ ਦਿੰਦਾ ਤੇ ਉਹ ਜਿਹੜਾ ਨੇ ਇਸ ਚੀਜ਼ ਨੂੰ ਸੋਚੇ ਕਿ ਭਾਵੇਂ ਥੋੜਾ ਕਰੇ ਲੇਕਿਨ ਡੇਲੀ ਕਰੇ, ਤੇ ਉਹਦੇ ਨਾਲ ਉਹ ਕਰ ਸਕੇਗਾ। ਔਰ ਜਿਸ ਤਰ੍ਹਾਂ ਹੁਣ ਤੁਸੀਂ ਪਿਆਨੋ ਵੀ ਜੀ ਪਿਆਨੋ ਮੈਂ ਪਲੇ ਕਰਨਾ, ਗਿਟਾਰ ਵੀ ਬਿਲਕੁਲ ਕਿਆ ਬਾਤ ਹੈ, ਖੁਦ ਹੀ 뮤직 ਅਰੇਂਜ ਬਿਲਕੁਲ ਲਿਰਿਕ ਵਗੈਰਾ ਵੀ ਅਰੇਂਜ ਕਰੀਦਾ, ਲਿਰਿਕਸ ਵੀ ਲਿਖੀ ਦੀਆਂ ਨੇ। ਤੇ ਲੇਕਿਨ ਮੈਂ ਮਤਲਬ ਸੌਂਗਸ ਵਗੈਰਾ ਨਹੀਂ ਲਿਖਦਾ ਐ ਸੱਚ, ਮਤਲਬ ਜਿਵੇਂ ਹੁੰਦੇ ਨੇ ਨਾ ਇੱਕ ਮਤਲਬ ਰੋਮਾਂਟਿਕ ਸੌਂਗ ਜਾਂ ਇਸ ਤਰ੍ਹਾਂ ਸ਼ਾਇਦ ਮੈਂ ਲਿਖਣ ਬਵਾਂ ਤੇ ਲਿਖ ਵੀ ਲਵਾਂ, ਲੇਕਿਨ ਇੱਕ ਹੁੰਦਾ ਬੰਦੇ ਦੇ ਅੰਦਰੋਂ ਇੱਕ ਚੀਜ਼ ਜਿਹੜੀ ਨਿਕਲ ਰਹੀ ਹੈ। ਬਿਲਕੁਲ ਇਹ ਇੱਕ ਰੱਬ ਦੀ ਤਰਫੋਂ ਹੀ ਆ ਜੀ, ਕਿਉਂਕਿ ਇਹ ਆਮਦੀ ਕੰਮ ਆ। ਕੰਪੋਜ਼ ਮੈਂ ਕਰ ਲੈਣਾ ਵਾ ਮਤਲਬ ਸੌਂਗਸ ਡਿਫਰੈਂਟ ਇਹ ਉਹ, ਲੇਕਿਨ ਲਿਖਦਾ ਮੈਂ ਰੈਪ ਹਾਂ ਜ਼ਿਆਦਾ, ਤੇ ਮਤਲਬ ਕਿਉਂਕਿ ਉਹ ਨੈਚੁਰਲੀ ਆਉਂਦਾ। ਤੇ ਵੈਸੇ ਸ਼ਾਇਰੀ ਕਰੈਕਟ ਵਗੈਰਾ ਵੀ ਕਰੀਦੀ ਲੋਕਾਂ ਦੀ, ਕਈ ਵਾਰੀ ਜੇ ਕੋਈ ਆ ਜਾਵੇ ਤੇ ਦੋਸਤਾਂ ਨਾਲ ਬੈਠ ਕੇ ਕੰਪੋਜ਼ਿੰਗ ਵੀ ਕਰੀਦੀ ਹੈ, ਸਿਖਾਈ ਦਾ ਵੀ ਇਹ ਲੋਕਾਂ ਨੂੰ। ਸਟੂਡੈਂਟ ਵੀ ਆਉਂਦੇ ਨੇ, ਮਾਸਟਰਿੰਗ ਮਿਕਸਿੰਗ ਵੀ 2-4 ਸਟੂਡੈਂਟਸ ਨੂੰ ਸਿਖਾਈ, ਬੜੇ ਖੁਸ਼ ਨੇ, ਤੇ ਗਿਟਾਰ ਪਿਆਨੋ ਵੀ ਸਿਖਾਈ ਦਾ। ਮੈਂ ਚਾਹਾਂਗਾ ਕਿ ਸਾਡੀ ਨਾਜ਼ਰੀਨ ਨੂੰ, ਸਾਡੇ ਆਡੀਅנס ਨੂੰ ਤੁਸੀਂ ਕੋਈ ਇਨਸਟਰੂਮੈਂਟ ਜਿਸ ਤਰ੍ਹਾਂ ਗਿਟਾਰ ਤੁਸੀਂ ਕਰਦੇ ਹੋ ਤੇ ਸਾਨੂੰ ਗਿਟਾਰ ਥੋੜਾ ਪਲੇ ਕਰਕੇ ਦਿਖਾਓ। ਕੋਈ ਸੌਂਗ ਸੁਣਨਾ ਚਾਹ ਰਹੇ ਹੋ? ਗਿਟਾਰ ਸੌਂਗ ਹੋ ਜਾਏ ਜਿਵੇਂ ਤੁਹਾਡਾ ਆ ਰਿਹਾ, ਬੇਸ਼ੱਕ ਕੋਈ ਸੁਣਾ ਦਿਓ। ਰੈਪ ਤੇ ਗਿਟਾਰ ਦੇ ਉੱਤੇ ਸਹੀ ਅੱਛਾ ਨਹੀਂ ਲੱਗੇਗਾ ਜਰਾ ਕਿ ਉਹ 뮤직। ਹਾਂ ਗਿਟਾਰ ਤੇ ਵੈਸੇ ਕੋ ਤੁਹਾਨੂੰ ਜਿਹੜਾ ਤੁਹਾਨੂੰ ਫੇਵਰਿਟ ਲੱਗਦਾ ਉਹ ਤੁਸੀਂ ਸੁਣਾਓ। ਠੀਕ ਹੋਵੇ ਜ਼ਰੂਰ, ਕਿਉਂ ਸੁਣਾ ਦੇਣਾ। ਅੱਛਾ ਮੈਂ ਬੇਸਿਕਲੀ ਅਵੇਜ਼ ਮੇਰਾ ਬਹੁਤ ਅੱਛਾ ਦੋਸਤ ਤੇ ਭਰਾ ਵੀ ਹੈ, ਤੇ ਉਹਦੇ ਮਤਲਬ ਮੈਂ ਮੈਸ਼ਅਪ ਬਣਾਇਆ ਸੀ, ਠੀਕ ਹੈ। ਤੇ ਮੈਂ ਤੇ ਉਹ ਬਹਿ ਕੇ ਲੱਗੇ ਰਹਿੰਦੇ ਸਾਂ, ਤੇ ਫਿਰ ਮੈਂ ਉਹਦੇ ਕੋਲ ਸਿੱਖਿਆ ਵੀ, ਮੈਂ ਕਿਹਾ ਵੀ ਕਿਸ ਤਰ੍ਹਾਂ, ਕਿਉਂਕਿ ਮੇਰਾ ਕੋਈ ਪ੍ਰਾਇਮਰੀ ਮਤਲਬ ਮੈਂ ਕੋਈ ਉਸਤਾਦੀ ਸ਼ਾਗਿਰਦੀ ਨਹੀਂ ਕੀਤੀ ਕਿਸੇ ਕੋਲ। ਇਸ ਤਰ੍ਹਾਂ ਹੀ ਕੋਈ ਕੁਝ ਕਰ ਰਿਹਾ ਤੇ ਉਹਦੇ ਕੋਲ ਪੁੱਛਿਆ ਕਿ ਇਹ YouTube ਤੋਂ ਦੇਖਿਆ, ਤੇ ਬਸ ਉਹਨੇ ਇੱਕ ਮਤਲਬ ਮੈਸ਼ਅਪ ਬਣਾਇਆ ਸੀ, ਤੇ ਮੈਂ ਫਿਰ ਉਹਦੇ ਕੋਲ ਕੋਰਡ ਸ਼ਾਰਟਸ ਵਗੈਰਾ ਲਰਨ ਕੀਤੀਆਂ ਜਦੋਂ ਮੈਂ ਗਿਟਾਰ ਸਿੱਖ ਰਿਹਾ ਸਾਂ। ਤੇ ਹੁਣ ਲੇਕਿਨ ਉਹ ਮੈਂ ਪੇਸ਼ ਕਰਨਾ, ਠੀਕ ਇਜਾਜ਼ਤ ਹੈ ਸਰ? मेरी नींदों में सोता है, तू मेरे अश्कों में रोता है, सरगोशी सी है ख्यालों में, तू ना हो फिर भी तू होता है सिला, तू मेरे मेरे दिल की दुआएं हैं, ओ आवारा 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 दिल आवारा
राज दिल तड़पे क्यों जाए, ख्वाबों ने पर किया था खोना, फिर राज दिल पलट क्यों आए। मैं लुट गया मन के दिल का कहा, मैं कहीं का ना रहा, क्या कहूँ वो दिलरुबा। बातों से आगे ख्वाबों से आगे देखो जरा तुम कभी, वो ये तो है शोला, ये है चिंगारी, ये है जवां आग भी। हर जरा चमकता है अनवरे इलाही से, हर शाम ये कहती है तू है तो खुदा भी है। हंगामा है क्यों बर्बाद, थोड़ी सी जो पीली है, हंगामा है क्यों बर्बाद, थोड़ी सी जो पीली सर बहुत मजा आया सानू। सर मैनू आप बड़ा मजा भी बड़े इससे बाहर हो जाया। क्या बात है जी, मैं उम्मीद करਦਾ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਸਾਰਿਆਂ ਨੂੰ। ਸਰ ਮੈਂ ਤੁਹਾਡੇ ਕੋਲੋਂ ਪੁੱਛਾਂਗਾ ਕਿ ਤੁਸੀਂ ਇੰਨਾ ਸਾਰਾ ਸਜਾਇਆ ਜਿਹੜਾ ਮਤਲਬ ਕਿੱਦਾਂ ਇਹ ਤੁਹਾਡਾ ਜ਼ਿਹਨ ਬਣਦਾ ਕਿ ਤੁਸੀਂ ਇਹ ਚੀਜ਼ ਇੱਥੇ ਉਹ ਚੀਜ਼ ਇੱਥੇ ਇੱਕਦਮ ਨਹੀਂ ਸੀ ਮਤਲਬ ਬਣਿਆ, ਕਿਉਂਕਿ ਮਤਲਬ ਇਹ ਮਤਲਬ ਜਿਹੜੇ ਕਰਦੇ ਨੇ ਕੰਮ ਉਹ ਜਾਣਦੇ ਨੇ ਇਸ ਚੀਜ਼ ਨੂੰ ਕਿ ਮਤਲਬ ਪਹਿਲੇ ਤੇ ਗੱਲ ਸ਼ੁਰੂ ਹੁੰਦੀ ਹੈ ਸਿੰਪਲ ਇਸ ਤਰ੍ਹਾਂ, ਇੱਕ ਨਾ ਖਵਾਇਸ਼ ਆਉਂਦੀ ਬੰਦੇ ਦੇ ਅੰਦਰ, ਯਾਰ ਮੁੰਡਾ ਗਿਟਾਰ ਵਜਾਉਂਦਾ, ਫਲਾਣਾ ਪਿਆਨੋ ਵਜਾਉਂਦਾ, ਸੁਣ ਕੇ ਕਿਤੇ ਗਿਰਜੇ ਚਲੇ ਗਏ ਜਾਂ ਕਿਸੇ ਪਾਰਟੀ 'ਚ ਸੁਣ ਲਿਆ ਯਾਰ ਬੜਾ ਅੱਛਾ ਪਿਆਨੋ ਵਜਾ ਰਿਹਾ। ਤਾਂ ਮੈਨੂੰ ਸ਼ੁਰੂ ਤੋਂ ਹੀ ਨਾ ਗੈਜਟਸ ਪਸੰਦ ਨੇ, ਮਤਲਬ ਇਲੈਕਟ੍ਰੋਨਿਕਸ ਦਾ ਮੈਨੂੰ ਬੜਾ ਸ਼ੌਕ ਹੈ, ਕੰਪਿਊਟਰ ਵਗੈਰਾ ਇਹ ਉਹ ਚੀਜ਼ਾਂ। ਤੇ ਸ਼ੁਰੂਆਤ ਇੱਥੋਂ ਹੀ ਹੋਈ ਸੀ, ਸਿੰਪਲ ਕੰਪਿਊਟਰ ਲਿਆ ਸੀ ਪੈਂਟੀਅਮ 3, ਉਹਦੇ ਵਿੱਚ ਪਾ ਲਿਆ ਸੌਫਟਵੇਅਰ ਇੱਕ ਮਿਊਜ਼ਿਕ ਵਾਲਾ, ਤੇ ਚਲਾਉਣਾ ਚਲਾਉਣਾ ਵੀ ਨਹੀਂ ਸੀ ਆਉਂਦਾ ਉਹਦਾ। ਤੇ ਈਵਨ ਕਿ ਮਤਲਬ ਜਿਹੜੇ ਸੌਫਟਵੇਅਰ ਹੁਣ ਮੈਂ ਇਸਤੇਮਾਲ ਕਰ ਰਿਹਾ ਉਹਨਾਂ ਦੇ ਵਿੱਚ ਇਫੈਕਟ ਕਿਵੇਂ ਲਾਈਦਾ ਕਿਸੇ ਚੀਜ਼ ਨੂੰ, ਤੇ ਉਹ ਵੀ ਜਾ ਕੇ ਮੈਨੂੰ ਬੜੇ ਅਰਸੇ ਬਾਅਦ ਕਿਤੇ ਸਮਝ ਕੋਈ 2 ਸਾਲਾਂ ਬਾਅਦ ਤੋਂ ਮਤਲਬ ਸ਼ੁਰੂ ਕੀਤਾ ਸੀ ਕੰਮ, ਅੱਜ ਤੋਂ ਕੋਈ 10 ਇਅਰਸ ਬੈਕ ਦੀ ਗੱਲ ਹੈ। ਤੇ ਲੇਕਿਨ ਫਿਰ ਆਹਿਸਤਾ ਚੀਜ਼ਾਂ ਜਦੋਂ ਲੈਂਦਾ ਗਿਆ, ਫਿਰ YouTube ਬੜੀ ਹੈਲਪ ਕਰਦੀ। ਮੈਂ ਕਹਾਂਗਾ ਜਿਹੜੇ ਯੰਗ ਟੈਲੈਂਟ ਹੈ ਜਿਹੜਾ ਕਿ ਮਤਲਬ ਕਰਨਾ ਚਾਹ ਰਿਹਾ, ਜੇ ਉਹ ਸੋਚਦੇ ਨੇ ਯਾਰ ਮੇਰੇ ਕੋਲ ਉਸਤਾਦ ਨਹੀਂ ਹੈ, ਉਸਤਾਦੀ ਸ਼ਾਗਿਰਦੀ ਕਰਨ ਵਾਸਤੇ ਟਾਈਮ ਨਹੀਂ ਹੈ, ਕਿ ਉਹ ਤੁਹਾਡੇ ਕੋਲ ਜੇ ਫੋਨ ਹੈ ਨਾ ਤੇ ਨੈਟ ਪੈਕੇਜ ਆ ਜਾਏ ਤੇ ਤੁਸੀਂ ਬਹੁਤ ਆਸਾਨ ਹੋ ਬੇਸ਼ਬਹਾ ਚੀਜ਼ਾਂ ਨੇ ਦੇਖ ਸਕਦੇ ਹੋ। ਬਸ ਮੈਂ ਸਿਰਫ ਇਹ ਕਹਾਂਗਾ ਕਿ ਥੋੜਾ ਜਿਹਾ ਟਾਈਮ ਲੱਗਦਾ ਵੇ, ਕਿਉਂਕਿ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਯਾਰ ਕਿਹੜਾ ਬੰਦਾ ਸਹੀ ਗੱਲ ਕਰ ਰਿਹਾ ਕਿਹੜਾ, ਕਿਉਂਕਿ ਇੰਨੀ ਇਨਫੋਰਮੇਸ਼ਨ ਅਵੇਲੇਬਲ। ਲੇਕਿਨ ਫਿਰ ਵੀ ਮੈਂ ਸਮਝਦਾ ਕਿ ਜਿਹੜਾ ਬੰਦਾ ਪੈਸ਼ਨੇਟ ਹੈ ਨਾ ਉਹ ਕੱਢ ਲੈਂਦਾ ਸ਼ਾਇਦ, ਜਿਹੜੀ ਉਹਦੇ ਮਤਲਬ ਦੀ ਸ਼ਾਇਦ ਸਾਹਮਣੇ ਆ ਜਾਂਦੀ। ਕੀ ਬਾਤ ਤੇ ਇਸ ਤਰ੍ਹਾਂ ਜੀ ਜੀ। ਔਰ ਜਿਹੜੀ ਤਾਲੀਮ ਔਰ ਮਿਊਜ਼ਿਕ, ਕੁਝ ਲੋਕ ਤਾਲੀਮ ਹਾਸਲ ਕਰਦੇ ਨੇ ਉਸ ਤੋਂ ਬਾਅਦ ਨਾਲ ਹੀ ਕੋਈ ਕੋਰਸਿਸ ਵਗੈਰਾ ਕਰਕੇ ਉਧਰਲੀ ਸਾਈਡ ਤੇ ਚਲੇ ਜਾਂਦੇ, ਮਿਊਜ਼ਿਕ ਸ਼ੌਕ ਬਹੁਤ ਹੁੰਦਾ ਉਹਨਾਂ ਨੂੰ, ਲੇਕਿਨ ਪਿੱਛੇ ਸ਼ੌਕ ਉਹਨਾਂ ਦਾ ਲੈਦਾ ਹੋ ਜਾਂਦਾ। ਇਹਦੇ ਬਾਰੇ ਤੁਸੀਂ ਆਡੀਅנס ਨੂੰ ਕੀ ਹਾਂ ਬਿਲਕੁਲ ਬਹੁਤ ਹੀ ਅੱਛਾ ਸਵਾਲ ਤੁਸੀਂ ਕੀਤਾ, ਬਲਕਿ ਮੇਰੇ ਦਿਲ ਦੇ ਬੜੇ ਕਰੀਬ ਹੈ ਸਵਾਲ, ਕਿਉਂਕਿ ਮੇਰੇ ਬਹੁਤ ਸਾਰੇ ਲੋਕ ਕੀ ਐਸੇ ਜਾਣਨ ਵਾਲੇ ਨੇ, ਦੋਸਤ ਯਾਰ ਨੇ, ਜਦੋਂ ਮਿਊਜ਼ਿਕ ਦੀ ਮੇਰੀ ਵੀਡੀਓ ਵੇਖਦੇ ਨੇ ਜਾਂ ਕੋਈ ਸਟੂਡੀਓ ਦਾ ਕਦੀ ਕੋਈ ਵਿਜ਼ਿਟ ਕਰ ਲਵੇ ਤੇ ਉਹ ਕਹਿੰਦੇ ਨੇ ਹਮੇਸ਼ਾ ਯਾਰ ਮੈਂ ਵੀ ਗਿਟਾਰ ਵਜਾਣਾ ਹੈ। ਅਕਸਰ ਲੋਕੀ ਮੈਨੂੰ ਕਹਿੰਦੇ ਨੇ ਕਿ ਯਾਰ ਮੈਂ ਵੀ ਸਿੱਖਣਾ ਹੈ ਇਹ ਉਹ ਸਭ ਕੁਝ। ਲੇਕਿਨ ਮੈਂ ਸਮਝਦਾ ਵਾ ਕਿ ਲੋਕੀ ਜਿਹੜੇ ਨੇ ਨਾ ਉਹ ਸਿਰਫ ਨਾ ਇੱਕ ਰੌਣਕ ਮੇਲਾ ਸਮਝਦੇ ਨੇ ਕਿ ਸ਼ਾਇਦ ਇਹ ਚੀਜ਼ ਜਿਹੜੀ ਹੈ ਨਾ ਜਿਵੇਂ ਕਿ ਦੂਰ ਕੇ ਢੋਲ ਸੁਹਾਣੇ, ਜਦੋਂ ਹੱਥ 'ਚ ਗਿਟਾਰ ਫੜਾ ਦੇਈਏ ਨਾ ਤੇ ਜਦੋਂ ਸਟ੍ਰਿੰਗਸ ਚੁੱਭਣ ਨਾ ਉਂਗਲਾਂ ਦੇ ਵਿੱਚ ਤੇ ਫਿਰ ਉਹ ਲੋਕੀ ਨਾ ਬੈਕ ਆਫ ਹੋ ਜਾਂਦੇ ਨੇ, ਛੱਡ ਦਿੰਦੇ ਨੇ ਚੀਜ਼ ਨੂੰ। ਤੇ ਸਵਾਲ ਤੁਹਾਡਾ ਸੌਰੀ ਕੀ ਸੀ ਜਿਹੜਾ ਐਗਜ਼ੈਕਟ ਸੀ? ਮੇਰਾ ਸਵਾਲ ਇਹ ਸੀਗਾ ਕਿ ਜਿਹੜੀ ਬਹੁਤ ਸਾਰੇ ਲੋਕ ਤਾਲੀਮ ਨੂੰ ਬਿਲਕੁਲ ਸੌਰੀ ਮੈਂ ਥੋੜਾ ਡਿਸਟਰੈਕਟ ਹੋ ਗਿਆ ਸਰ। ਹਾਂ ਤਾਲੀਮ ਦੀ ਜਿਸ ਜ਼ਿਕਰ ਗੱਲ ਹੈ, ਦੇਖੋ ਮੈਂ ਸਮਝਦਾ ਵਾ ਕਿ ਇਹ ਵੀ ਤਾਲੀਮ ਹੀ ਹੈ, ਠੀਕ ਹੈ, ਲੇਕਿਨ ਇਹਨੂੰ ਜਿਹੜਾ ਨਾ ਵੈਲਿਊ ਨਹੀਂ ਉਸ ਤਰ੍ਹਾਂ ਦੀ ਦਿੱਤੀ ਜਾਂਦੀ ਜਿਹੜੀ ਕਿ ਮਤਲਬ ਨਾ ਦੇਣੀ ਚਾਹੀਦੀ ਹੈ ਨਾਲ, ਠੀਕ ਹੈ। ਮੈਂ ਤੇ ਕਹਿੰਦਾ ਵਾ ਕਿ ਇਹ ਤੇ ਚਲੋ ਦੂਰ ਦੀ ਗੱਲ, ਲੋਕੀ ਆਪਣੀ ਸਿਹਤ ਨੂੰ ਉਸ ਤਰੀਕੇ ਨਾਲ ਵੈਲਿਊ ਨਹੀਂ ਦੇ ਰਹੇ ਅੱਜ ਕੱਲ੍ਹ, ਕਿ ਜਿਹੜੀ ਮਤਲਬ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ, ਕਿਉਂਕਿ ਇਹ ਹੈ ਵੇ ਤੇ ਤੁਸੀਂ ਹੈ ਹੋ ਤਾਂ ਸਭ ਹੈ ਨਾ, ਠੀਕ ਹੈ। ਜੇ ਤੁਸੀਂ ਨਹੀਂ ਹੋ ਤੇ ਫਿਰ ਬਾਕੀ ਕੀ ਹੈ? ਤੇ ਇਹ ਵੀ ਤਾਲੀਮ ਹੀ ਹੈ, ਲੇਕਿਨ ਇਹਦੀ ਜਿਹੜੀ ਹੈ ਨਾ ਇਹਨੂੰ ਕਿਉਂਕਿ ਸਾਡੇ ਖਾਸ ਕਰ ਜਿਹੜੇ ਏਸ਼ੀਅਨ ਮਮਾਲਿਕ ਨੇ ਨਾ
ਇਹਨਾਂ ਦੇ ਵਿੱਚ ਸਮਝਿਆ ਜਾਂਦਾ ਕਿ ਯਾਰ ਇਹ ਤੇ ਭਾਂਡੇ ਠੀਕ ਹੈ, ਜਾਂ ਤੇ ਮਤਲਬ ਬਸ ਮਰਾਸੀ ਢੋਲ ਹੈ। ਬਾਜੇ ਮਰਾਸੀ ਹੈ ਠੀਕ ਹੈ, ਇਹ ਉਹ ਸਭ ਕੁਝ ਠੀਕ ਹੈ। ਲੇਕਿਨ ਮਜ਼ੇ ਦੀ ਗੱਲ ਇਹ ਹੈ ਕਿ ਜਿਹੜੇ ਲੋਕੀ ਕਹਿ ਰਹੇ ਹੁੰਦੇ ਨੇ ਉਹ ਸੁਣਦੇ ਵੀ ਇਹੋ ਹੀ ਇਹੀ ਸੁਣ ਰਿਲੈਕਸ ਹੋਣ ਵਾਸਤੇ ਠੀਕ ਹੈ। ਬਿਲਕੁਲ ਤੇ ਬਿਲਕੁਲ ਜਿਹੜੇ ਤਾਲੀਮ ਵੱਲ ਬਹੁਤਾ ਚਲੇ ਜਾਂਦੇ ਨੇ ਤੇ ਮੈਂ ਸਮਝਦਾ ਵਾ ਕਿ ਤਾਲੀਮ ਵੀ ਬੁਰੀ ਨਹੀਂ ਹੈ, ਸਭ ਅੱਛਾ ਹੈ। ਮੈਂ ਬਲਕਿ ਬਜ਼ਾਤੇ ਖੁਦ ਜੇ ਮਤਲਬ ਇੱਕ ਲੈਕਚਰਰ ਹਾਂ ਠੀਕ ਹੈ, ਤੇ ਮੈਂ ਵੀ ਜ਼ਾਰੇ ਐਜੂਕੇਸ਼ਨ ਹਾਸਿਲ ਕੀਤੀ ਤੇ ਮੈਂ ਕਿਸੇ ਨੂੰ ਇਹ ਨਹੀਂ ਕਹਾਂਗਾ ਛੱਡ ਦਵੋ ਬਿਲਕੁਲ ਤੇ ਠੀਕ ਹੈ। ਜੀ ਜੀ ਲੇਕਿਨ ਮੈਂ ਕਹਾਂਗਾ ਕਿ ਜੇ ਤੁਸੀਂ ਇਸ ਪਾਸੇ ਵੱਲ ਵੀ ਆਉਂਦੇ ਹੋ ਤਾਂ ਫਿਰ 100% ਤੁਸੀਂ ਇਸ ਪਾਸੇ ਵੱਲ ਆਪਣਾ ਜ਼ੇਨ ਕਰ ਲਓ। ਜੇ ਤੁਸੀਂ ਕਹੋਗੇ ਨਾ ਕਿ ਯਾਰ ਹੁਣ ਮੈਂ ਮਤਲਬ ਇਹ ਵੀ ਕਰਨਾ ਉਹ ਵੀ ਕਰਨਾ ਇਹ ਵੀ ਕਰਨਾ ਉਹ ਵੀ ਕਰਨਾ ਤੇ ਫਿਰ ਤੁਸੀਂ ਫਸ ਜਾਓਗੇ। ਔਰ ਜਿਸ ਤਰ੍ਹਾਂ ਸਰ ਤੁਸੀਂ ਖੁਦ ਕਰਦੇ ਹੋ ਸਾਰਾ ਕੁਝ, ਮਾਸਟਰ ਮਿਕਸਿੰਗ ਅਰੇਂਜਮੈਂਟ, ਬਹੁਤ ਸਾਰੇ ਤੁਹਾਡੇ ਸਟੂਡੈਂਟ ਨੇ, ਉਹ ਤੁਹਾਡੀ ਫਸਟ ਇਨਕਮ ਜਿਹੜੀ ਤੁਸੀਂ ਇੰਨਾ ਸਾਰਾ ਕੁਝ ਕਰਕੇ ਉਹ ਜਿਹੜੀ ਪਹਿਲੀ ਇਨਕਮ ਉਹ ਤੁਹਾਨੂੰ ਯਾਦ ਹੈ? ਪਹਿਲੀ ਇਨਕਮ ਜਿਹੜੀ ਮੇਰੀ ਸਭ ਤੋਂ ਪਹਿਲੀ ਇਨਕਮ ਸੀ ਨਾ, ਉਹ ਸੀ ਮੈਂ ਇੱਕ ਛੋਟੀ ਜਿਹੀ ਬੱਚੀ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕੀਤੀ ਸੀ। ਲੇਕਿਨ ਜਿਹੜੀ ਮਿਊਜ਼ਿਕ ਤੋਂ ਆਈ ਸੀ ਨਾ, ਮਿਊਜ਼ਿਕ ਤੋਂ ਆਈ ਸੀ ਜਿਹੜੀ ਪਹਿਲੀ ਇਨਕਮ, ਉਹ ਜਨਾਬ ਬਹੁਤ ਥੋੜੀ ਸੀ, ਬੰਦਾ ਕੀ ਦੱਸੇ। ਲੇਕਿਨ ਨਹੀਂ, ਤੁਸੀਂ- ਮੇਰੇ ਖਿਆਲ ਸ਼ਾਇਦ 500 ਰੁਪਇਆ ਸੀ ਕਿ 1000 ਰੁਪਇਆ ਸੀ, ਕਿਸੇ ਦਾ ਟਰੈਕ ਸ਼ਾਇਦ ਰਿਕਾਰਡ ਕੀਤਾ ਸੀ ਤੇ ਉਹ ਮਤਲਬ। ਲੇਕਿਨ ਇਹ ਵੀ ਕਿ ਉਹਦੇ ਵਿੱਚ ਕਿਉਂਕਿ ਮੈਂ ਕਦੀ ਵੀ ਸਿਰਫ ਨਾ ਇਨਕਮ ਨੂੰ ਨਹੀਂ ਦੇਖਿਆ, ਨਹੀਂ ਬੇਸਿਕ ਮੈਂ ਦੇਖਿਆ ਕਿ ਫਸਟ ਚੀਜ਼ ਦੀ ਖੁਸ਼ੀ ਜਿਹੜੀ ਹੈ ਨਾ, ਹਾਂ। ਉਹ ਫੀਲਿੰਗ ਬੇਸਿਕ ਉਹ ਮਾਇਨੇ ਰੱਖਦੀ ਹੈ ਬਿਲਕੁਲ ਬਿਲਕੁਲ। ਕਿ ਉਹ ਫੀਲਿੰਗ ਅਸਲ 'ਚ ਸ਼ਾਇਦ ਜਿਹੜਾ ਨਾ ਮੈਂ ਕਦੀ ਧਿਆਨ ਨਹੀਂ ਦੇ ਸਕਿਆ ਇਨਕਮ ਦੇ ਉੱਤੇ, ਕਿਉਂਕਿ ਮੈਂ ਇੰਨਾ ਜ਼ਿਆਦਾ ਡੀਪਲੀ ਪੈਸ਼ਨੇਟ ਹਾਂ ਇਸ ਚੀਜ਼ ਦੇ ਬਾਰੇ 'ਚ ਨਾ। ਤੇ ਇਨਕਮ ਤੇ ਇੱਕ ਬਾਈ ਪ੍ਰੋਡਕਟ ਹੈ, ਮੈਂ ਸਮਝਦਾ ਉਹ ਆਂਦੀ ਆਟੋਮੈਟਿਕਲੀ ਤੇ ਆਈ ਵੀ ਹੈ, ਬਹੁਤ ਆਈ ਹੈ। ਸਟੂਡੈਂਟਸ ਦੀ ਫਾਰਮ ਚਾਹੀਏ, ਕੰਮ ਦੀ ਫਾਰਮ ਚਾਹੀਏ, ਟਰੈਕਸ ਦੀ ਫਾਰਮ ਚਾਹੀਏ, ਲੋਕਾਂ ਨੂੰ ਰਿਕਾਰਡਿੰਗਸ ਕਰਕੇ ਦਿੱਤੀਆਂ ਨੇ, ਕੰਮ ਸਿਖਾਇਆ ਹੋਵੇ ਤੇ। ਲੇਕਿਨ ਇਹ ਵੀ ਕਿ ਮਤਲਬ ਨਾ ਉਹ ਬਸ ਆਂਦੀ ਹੈ, ਮੈਂ ਉਹਨੂੰ ਮਤਲਬ ਨਾ ਇਸ ਤਰ੍ਹਾਂ ਇੰਨੀ ਵੈਲਿਊ ਨਹੀਂ ਦੇ ਪਾਉਂਦਾ ਕਿਉਂਕਿ ਮੇਰਾ ਧਿਆਨ ਕੰਮ ਵੱਲ ਹੁੰਦਾ ਸਾਰਾ ਕੰਮ ਕਿ ਬਈ ਮਤਲਬ ਨੈਕਸਟ ਪ੍ਰੋਜੈਕਟ ਕਰਨਾ। ਇਹ ਚੀਜ਼ ਇਸ ਤਰ੍ਹਾਂ ਹੈ। ਬਹੁਤ ਵਧੀਆ ਬਾਕੀ ਜੀ, ਇਨਕਮ ਬਹੁਤ ਇਹਦੇ 'ਚ ਹੈ, ਇਨਕਮ ਜੀ। ਬਹੁਤ ਵਧੀਆ ਲੱਗਾ ਸਾਨੂੰ ਤੁਹਾਡੇ ਨਾਲ ਗੱਲਾਂ ਕਰਕੇ। ਔਰ ਮੈਂ ਲਾਸਟ ਤੇ ਇੱਕ ਜਿਸ ਤਰ੍ਹਾਂ ਮੈਸੇजेस ਹੁੰਦਾ ਕਿ ਤੁਸੀਂ ਉਹਨਾਂ ਬੱਚਿਆਂ ਵਾਸਤੇ ਕਿ ਮਿਊਜ਼ਿਕ ਨੂੰ ਟਾਈਮ ਅਗਰ ਦਿੰਦੇ ਨੇ ਤੇ ਬੁਰੀ ਚੀਜ਼ ਨਹੀਂ, ਉਹਨਾਂ ਵਾਲਿਦੈਨ ਵਾਸਤੇ ਜਿਹੜੇ ਆਪਣੇ ਬੱਚਿਆਂ ਨੂੰ ਪਾਬੰਦੀਆਂ ਦੀ ਵਜ੍ਹਾ ਤੋਂ ਨਹੀਂ ਕਰਨ ਦਿੰਦੇ, ਤੁਸੀਂ ਉਹਨਾਂ ਨੂੰ ਮੈਸੇਜ ਦਿਓ ਕਿ ਉਹ ਇਹਨੂੰ ਅੱਛੇ ਤਰੀਕੇ ਨਾਲ ਕਰਨ। ਬਹੁਤ ਜ਼ਰੂਰੀ ਹੈ। ਮੈਂ ਬਹੁਤ ਖੁਸ਼ ਹੋਇਆ ਕਿ ਤੁਸੀਂ ਇਹ ਗੱਲ ਕੀਤੀ ਹੈ ਕਿਉਂਕਿ ਅਸਲ 'ਚ ਨਾ ਪੇਰੈਂਟਸ ਵੀ ਭਲਾ ਹੀ ਚਾਹੁੰਦੇ ਹੁੰਦੇ ਨੇ, ਅਸਲ 'ਚ ਭਲਾ ਹੀ ਚਾਹੁੰਦੇ ਹੁੰਦੇ। ਉਹਨਾਂ ਨੂੰ ਲੱਗਦਾ ਕਿ ਯਾਰ ਪਤਾ ਨਹੀਂ ਇਹ ਕਰਦਾ ਪਿਆ ਤੇ ਟਾਈਮ ਜ਼ਾਇਆ ਕਰਦਾ ਪਿਆ, ਗਿਟਾਰ ਭੱਜ ਕੇ ਡਿੰਗ 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 ਕਰਦਾ ਰਹਿੰਦਾ ਤੇ ਸ਼ਾਇਦ ਇਹਦਾ ਕੋਈ ਮਤਲਬ ਇਹਦਾ ਕੋਈ ਫਿਊਚਰ ਨਹੀਂ ਹੈ। ਉਹ ਹਰ ਚੀਜ਼ 'ਚ ਫਿਊਚਰ ਹੋ ਵੀ ਨਹੀਂ ਸਕਦਾ ਠੀਕ ਹੈ। ਬੱਚੇ ਦੀ ਤੁਹਾਡੀ ਜੋ ਖਾਹਿਸ਼ ਹੈ ਜਾਂ ਤੁਸੀਂ ਉਹਦੇ ਵਾਸਤੇ ਜੋ ਪਲਾਨ ਕੀਤਾ ਜਾਂ ਜੋ ਉਹਦੀ ਇੱਕ ਕੁਦਰਤੀ ਖੁਦਾ ਵੱਲੋਂ ਮਤਲਬ ਇੱਕ ਬਿਲਕੁਲ ਮਤਲਬ ਕਾਲਿੰਗ ਹੁੰਦੀ ਹੈ ਨਾ ਕਿ ਬਈ ਬਿਲਕੁਲ। ਇਹਨੇ ਡਾਕਟਰ ਹੀ ਬਣਨਾ ਹੈ, ਇਹਨੇ ਇੰਜੀਨੀਅਰ ਹੀ ਬਣਨਾ ਹੈ, ਉਹ ਸਭ ਕੁਝ ਠੀਕ ਹੈ ਸਭ ਚੀਜ਼ਾਂ। ਲੇਕਿਨ ਨਾ ਲੋਕੀ ਜਿੰਨਾ ਸੋਚਦੇ ਨੇ ਨਾ ਕਿ ਪਤਾ ਨਹੀਂ ਉਰੇ ਕਿੰਨਾ ਟਾਈਮ ਲੱਗਣਾ ਵੇ ਗਿਟਾਰ ਵਜਾਉਣ ਤੇ ਜਾਂ ਕਿੰਨਾ ਟਾਈਮ ਲੱਗਣਾ ਵੇ ਕੋਈ ਵੀ ਪਿਆਨੋ ਵਜਾਉਣ ਤੇ। ਮੈਂ ਤੁਹਾਨੂੰ ਸਹੀ ਦੱਸਾਂ ਜੀ, ਮੈਂ ਡੇਲੀ ਬੇਸਿਸ ਤੇ ਆਪਣੀ ਮੇਰੀ ਰਿਆਜ਼ਤ ਹੈ ਪਿਆਨੋ ਦੀ ਵੀ ਗਿਟਾਰ ਦੀ ਵੀ, ਮੈਂ 15 ਤੋਂ 20 ਮਿੰਟ ਤੋਂ ਜ਼ਿਆਦਾ ਕਿਸੇ ਵੀ ਇੰਸਟਰੂਮੈਂਟ ਨੂੰ ਨਹੀਂ ਦਿੰਦਾ, ਸਿੰਗਿੰਗ ਨੂੰ ਨਹੀਂ ਦਿੰਦਾ ਠੀਕ ਹੈ। ਲੋਕੀ ਕਹਿੰਦੇ ਹੋਣਗੇ, ਬਹੁਤ ਸਾਰੇ ਉਸਤਾਦ ਮੇਰੇ ਨਾਲ ਡਿਸਐਗਰੀ ਕਰਨਗੇ, ਅਸੀਂ ਤੇ ਘੰਟੋ ਰਿਆਜ਼ ਕਰਨੇ ਇਹ ਉਹ ਸਭ ਕੁਝ। ਲੇਕਿਨ ਨਾ ਕਿਉਂਕਿ ਮੈਂ ਸਟੱਡੀ ਬਹੁਤ ਕਰਦਾ ਹਾਂ ਤੇ ਮੈਂ ਮਤਲਬ ਬਹੁਤ ਸਾਰੀ ਰਿਸਰਚਸ ਪੜ੍ਹੀਆਂ ਨੇ ਜਿਨ੍ਹਾਂ ਵਿੱਚੋਂ ਕਹਿੰਦੇ ਨੇ ਕਿ ਤੁਸੀਂ ਕੋਈ ਵੀ ਟਾਸਕ ਜਿਹੜਾ ਨਾ ਉਹ ਡੇਲੀ ਕਰੋ, 20 ਤੋਂ 25 ਮਿੰਟ ਤੋਂ 30 ਮਿੰਟ ਵਾਸਤੇ ਕਰੋ। ਇਹਦੇ ਤੋਂ ਬਾਅਦ ਵੈਸੇ ਹੀ ਤੁਹਾਡਾ ਦਿਮਾਗ ਜਿਹੜਾ ਨਾ ਨਵੀਂ ਇਨਫੋਰਮੇਸ਼ਨ ਲੈਣਾ ਬੰਦ ਕਰ ਦਿੰਦਾ। ਤੇ 20-25 ਮਿੰਟ ਵਾਸਤੇ ਜੇ ਉਹ ਕੋਈ ਕੰਮ ਕਰ ਰਿਹਾ ਹੋਵੇ ਜਿਹੜਾ ਉਹਦੇ ਦਿਲ ਨੂੰ ਵੀ ਖੁਸ਼ੀ ਦੇ ਰਿਹਾ, ਤੇ ਮਿਊਜ਼ਿਕ ਇੱਕ ਐਸੀ ਚੀਜ਼ ਹੈ, ਮੈਂ ਸਮਝਦਾ ਹਾਂ ਕਿ ਮਿਊਜ਼ਿਕ ਜਿਹੜਾ ਨਾ ਉਹ ਕਰਦਾ ਹੈ ਕਿ ਤੁਹਾਨੂੰ ਸਟ੍ਰੈਸ ਫ੍ਰੀ ਕਰਦਾ ਠੀਕ ਹੈ। ਫਿਰ ਤੁਹਾਨੂੰ ਮਤਲਬ ਜਿਹੜਾ ਵੇ ਨਾ ਇੱਕ ਤੁਹਾਡੀ ਰੂਹ ਦੀ ਇੱਕ ਮਤਲਬ ਗ਼ਜ਼ਾ ਹੈ ਠੀਕ ਹੈ। ਤੇ ਨਾਲ ਇਹ ਵੇ ਕਿ ਮਿਊਜ਼ਿਕ ਕੀ ਕਰਦਾ ਕਿ ਤੁਹਾਡੇ ਜਿਹੜਾ ਦਿਮਾਗ ਦੇ ਅੰਦਰ ਐਕਟੀਵਿਟੀ ਹੈ ਨਾ ਓਵਰਆਲ, ਇਹ ਤੁਹਾਨੂੰ ਬੇਸਿਕਲੀ ਜ਼ਿਆਦਾ ਇੰਟੈਲੀਜੈਂਟ ਬਣਾਉਂਦਾ ਠੀਕ ਹੈ। ਮਿਊਜ਼ੀਸ਼ੀਅਨਸ ਜਿਹੜੇ ਨੇ ਉਹ ਜ਼ਿਆਦਾ ਜ਼ਹੀਨ ਹੁੰਦੇ ਨੇ ਠੀਕ ਹੈ। ਤੇ ਜੇ ਪੇਰੈਂਟਸ ਇਹ ਸੋਚ ਰਹੇ ਨੇ ਕਿ ਮਿਊਜ਼ਿਕ ਕਰੇਗਾ ਤੇ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਟਾਈਮ ਜਾਏ, ਤੇ ਬੇਸਿਕਲੀ ਤੁਸੀਂ ਆਪਣੇ ਬੱਚੇ ਨੂੰ ਜ਼ਹੀਨ ਹੋਣ ਤੋਂ ਰੋਕ ਰਹੇ ਹੋ। ਤੇ ਉਹਨੂੰ ਜੇ ਉਹ ਕਰਦਾ ਥੋੜਾ ਬਹੁਤ ਮਿਊਜ਼ਿਕ ਹੀ ਉਹ ਸਭ ਕੁਝ ਉਹਨੂੰ ਕਰਨ ਤੋਂ ਬਲਕਿ ਉਹਨੂੰ ਇਨਕਰੇਜ ਕਰੋ। ਕੀ ਬਾਤ, ਕੀ ਬਾਤ। ਥੈਂਕ ਯੂ ਜੀ, ਥੈਂਕ ਯੂ ਸਰ। ਔਰ ਦੂਸਰੇ ਨੰਬਰ ਤੇ ਜਿਸ ਤਰ੍ਹਾਂ ਤੁਸੀਂ ਕਦੀ ਦੇਖਿਆ ਹੋਵੇਗਾ ਕਿ ਤੁਸੀਂ ਲੈਕਚਰ ਦੇ ਰਹੇ ਹੋ ਤੇ ਕੁਝ ਐਸੇ ਸਟੂਡੈਂਟ ਹੁੰਦੇ ਨੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਕਿ ਸ਼ੌਕ ਹੁੰਦਾ ਤੇ ਉੱਥੇ ਵੀ ਤੁਹਾਨੂੰ ਚੰਬੜਦੇ ਨੇ ਲੋਕ ਕਿ ਉੱਥੇ ਅਸਲ 'ਚ ਉਹ ਜ਼ਰਾ ਏਜ ਉਹਨਾਂ ਦੀ ਐਸੀ ਹੈ ਕਿ ਉਹ ਤੇ ਵੈਸੇ ਹੀ ਹਰ ਗੱਲ ਨੂੰ ਚਮੜਦੇ ਠੀਕ ਹੈ। ਉਹ ਮਤਲਬ ਯੰਗ ਨੇ ਬਿਲਕੁਲ, ਅਡਲਟਸ ਨਹੀਂ ਨੇ, ਟੀਨ ਨੇ ਬਿਲਕੁਲ ਠੀਕ ਹੈ। ਤੇ ਉਹਨਾਂ ਨੂੰ ਹਰ ਚਮਕਦੀ ਸ਼ੈ ਲੱਗਦਾ ਕਿ ਬਸ ਆਹੀ ਠੀਕ ਹੈ, ਆਹੀ ਸੋਨਾ ਬਿਲਕੁਲ। ਤੇ ਉਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ, ਲੇਕਿਨ ਮੈਂ ਦੇਖਣਾ ਵਾ ਕਿ ਡਿਸਟਰਬਿੰਗ ਹੈ ਲੋਕ ਕਹਿੰਦੇ ਕਿ ਤੁਸੀਂ ਥੋੜਾ ਜਿਸ ਤਰ੍ਹਾਂ
ਇੱਕ ਬੰਦਾ ਇੱਕ ਚੀਜ਼ ਤੇ ਨਹੀਂ ਫੋਕਸ ਮੈਂ ਹੁੰਦਾ ਖਾਸ ਬੰਦੇ ਕਿਸਮ ਦਾ। ਦਾ ਨਾ ਡਿਸਟੈਂਸ ਰੱਖਿਆ ਹੋਇਆ ਸਪੈਸ਼ਲੀ ਜਿਹੜਾ ਨਾ ਮਤਲਬ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਔਰ 뮤직 ਲਾਈਫ ਦੇ ਵਿੱਚ ਜੇ ਕੋਈ ਮੇਰੇ ਕੋਲ ਇੱਥੇ ਆਏਗਾ ਨਾ ਤੇ ਫਿਰ ਉਹ 뮤직 ਦੇ ਬਾਰੇ 'ਚ ਗੱਲ ਕਰਦੇ ਕਿਉਂਕਿ ਮੈਂ ਜੀ, ਆਪਣੇ ਆਫਿਸ ਬਿਲਕੁਲ। ਨੂੰ ਸੈਪਰੇਟ ਰੱਖਿਆ ਹੋਇਆ ਬਿਲਕੁਲ ਨਾ ਤੇ ਰੇਅਰਲੀ ਮੈਂ ਮਤਲਬ ਜਿਹੜਾ ਨਾ ਆਫਿਸ ਦਾ ਕੰਮ ਕਰ ਲਿਆ ਨਾ ਜਾਂ 뮤직 ਦਾ ਕੰਮ ਆਫਿਸ ਸਿਰਫ ਬਿਲਕੁਲ ਸੈਪਰੇਟ ਹੈ ਉੱਥੇ ਦਾ ਉੱਥੇ ਤੇ ਇੱਥੇ ਦਾ ਇੱਥੇ ਤੇ ਫਿਰ ਵੈਸੇ ਹੁੰਦਾ ਵੇ ਕਰਦੇ ਨੇ ਲੋਕੀ ਕਮਿਊਨੀਕੇਟ ਵੀ ਕਰਦੇ ਨੇ ਖਾਹਿਸ਼ ਵੀ ਜ਼ਾਹਿਰ ਕਰਦੇ ਨੇ ਲੇਕਿਨ ਮੈਂ ਸੱਚੀ ਗੱਲ ਕਰਾਂਗਾ ਝੂਠ ਨਹੀਂ ਬੋਲਾਂਗਾ ਨਹੀਂ, ਨਹੀਂ, ਸੱਚੀ। ਮੈਂ ਲੋਕਾਂ ਦੇ ਟਾਈਮ ਜ਼ਾਇਆ ਕਰ ਚੁੱਕਿਆ ਜਿਨ੍ਹਾਂ ਦੀ ਅੱਧੀ ਅਧੂਰੀ ਖਾਹਿਸ਼ ਹੈ ਕਿ ਜੀ ਮੈਂ ਕਰਨਾ ਚਾਹਨਾ ਮੈਨੂੰ ਗਿਟਾਰ ਸਿਖਾ ਦਿਓ ਮੈਨੂੰ ਪਿਆਨੋ ਸਿਖਾ ਦਿਓ ਠੀਕ ਹੈ ਉਹ ਆਪ ਹੀ ਟਾਈਮ ਦੇ ਕੇ ਆਪ ਹੀ ਨਹੀਂ ਆਣਾ ਠੀਕ ਹੈ ਬਿਲਕੁਲ। ਤੇ ਉਹਦੇ ਵਿੱਚ ਇਹ ਵੀ ਕਿ ਮਤਲਬ ਮੈਂ ਹੁਣ ਲੋਕਾਂ ਨੂੰ ਬੜੀ ਜਲਦੀ ਪਰਖ ਜਾਂਦਾ ਕਿ ਇਹ ਬੰਦੇ ਦੇ ਅੰਦਰ ਕਿੰਨੀ ਤੜਪ ਹੈ ਠੀਕ ਹੈ ਬਹੁਤ। ਤੇ ਲੋਕੀ ਜਿਹੜੇ ਨੇ ਨਾ ਉਹ ਸਮਝਦੇ ਨੇ ਕਿ ਸ਼ਾਇਦ ਨੌਕਰੀ ਮੇਰੀ ਜ਼ਿੰਮੇਵਾਰੀ ਹੈ ਬੱਚੇ ਮੇਰੀ ਜ਼ਿੰਮੇਵਾਰੀ ਨੇ ਪੇਰੈਂਟਸ ਮੇਰੀ ਜ਼ਿੰਮੇਵਾਰੀ ਲੇਕਿਨ ਉਹਨਾਂ ਦਾ ਜਿਹੜਾ ਪੈਸ਼ਨ ਹੁੰਦਾ ਨਾ ਮੈਂ ਕਹਾਂਗਾ ਕਿ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਜ਼ਿੰਮੇਦਾਰ। ਉਹਨੂੰ ਜ਼ਿੰਮੇਦਾਰਾਨਾ ਤਰੀਕੇ ਨਾਲ ਨਹੀਂ ਡੀਲ ਕਰਦੇ ਬਹੁਤ ਠੀਕ ਹੈ ਤੇ ਜੇ ਤੁਸੀਂ ਫੈਸਲਾ ਕਰਦੇ ਹੋ ਤਾਂ ਮੈਂ ਸਪੈਸ਼ਲੀ ਮੈਸੇਜ ਵੀ ਦਵਾਂਗਾ ਹਾਂ ਠੀਕ ਹੈ ਆਪਣੇ ਸਟੂਡੈਂਟਸ ਨੂੰ ਵੀ ਤੇ ਲੋਕੀ ਜਿਹੜੇ ਦੇਖ ਰਹੇ ਨੇ ਜਿਹੜੀ ਠੀਕ ਹੈ ਆਡੀਅנס ਹੈ ਸਾਡੀ ਤੇ ਮੈਂ ਹੀ ਕਹਾਂਗਾ ਕਿ ਮਤਲਬ ਜੇ ਤੁਸੀਂ ਕੋਈ ਚੀਜ਼ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਕਰਨਾ ਸ਼ੁਰੂ ਕਰੋ ਬਿਲਕੁਲ ਠੀਕ ਹੈ ਮਾੜਾ ਮੋਟੀ ਕਰਨਾ ਸ਼ੁਰੂ ਕਰੋ ਰਿਸੋਰਸਿਸ ਅਵੇਲੇਬਲ ਨੇ ਮੈਂ ਵੀ ਅਵੇਲੇਬਲ ਹਾਂ ਸਿਖਾਉਣ ਵਾਸਤੇ ਜੇ ਤੁਸੀਂ ਕਿਤੇ ਪਿੰਡੀ ਇਸਲਾਮਾਬਾਦ ਦੇ ਵਿੱਚ ਹੋ, ਤੇ ਤੁਸੀਂ ਮੇਰੇ ਨਾਲ ਵੀ ਰਾਬਤਾ ਕਰ ਸਕਦੇ ਹੋ ਔਰ ਮੈਨੂੰ ਕੋਈ ਇਹ ਨਹੀਂ ਹੁੰਦਾ ਕਿ ਮੈਨੂੰ ਕੋਈ ਮਤਲਬ ਬਹੁਤ ਹੀ ਹਜ਼ਾਰਾਂ ਦੀ ਤਾਦਾਦ ਨਾਲ ਕੋਈ ਫੀਸ ਦੇਵੇ ਤੇ ਫੇਰ ਹੀ ਮੈਂ ਇਹ ਦੇਖਣਾ ਵਾ ਕਿ ਅਗਲੇ ਦਾ ਪੈਸ਼ਨ ਕੀ ਮੈਂ ਮੁੰਡੇ ਫ੍ਰੀ ਚ ਵੀ ਸਿਖਾ ਚੜੇ ਕੀ ਬਾਤ ਹੈ ਨਹੀਂ ਬਹੁਤ ਅੱਛੀ ਬਾਤ ਆਏ ਨੇ ਮੇਰੇ ਕੋਲ ਕਿ ਸਰ ਸਿੱਖਣਾ ਇਹ ਕਰਨਾ ਇਹ ਉਹ ਸਭ ਕੁਝ ਤੇ ਆਂਦੇ ਨੇ ਮੈਨੂੰ ਇਹ ਹੁੰਦਾ ਕਿ ਚਲੋ ਯਾਰ ਪਿਆਰ ਮੁਹੱਬਤ ਹੀ ਸੀ ਉਹ ਆ ਤੇ ਰਿਆ ਬਿਲਕੁਲ ਥੈਂਕ ਯੂ ਔਰ ਜਿਸ ਤਰ੍ਹਾਂ ਤੁਸੀਂ ਜਿਮ ਨੂੰ ਵੀ ਟਾਈਮ ਦਿੰਦੇ ਹੋ ਜੀ ਜੀ ਤੇ ਜਿਮ ਦੀ ਔਰ ਮਾਰਸ਼ਲ ਆਰਟ ਦੀ ਇਹਦੀ ਕਲਾਸਿਸ ਮਤਲਬ ਲੈਦਾ ਇਹ ਸਿਖਾਉਂਦੇ ਵੀ ਹੋ ਤੁਸੀਂ ਜਾਂ ਸਿਰਫ ਆਪਣੇ ਸ਼ੌਕ ਲਈ ਆਪਣੇ ਲਈ ਕਰਦੇ ਹੋ ਮੈਂ ਕਿਉਂਕਿ ਮੇਰਾ ਇਨਹੈਰੈਂਟਲੀ ਜਿਹੜਾ ਮੇਰੇ ਸੇ ਨਾਨਾ ਸਨ ਟੀਚਰ ਤੇ ਉਹ ਬਲੱਡ ਦੇ ਵਿੱਚ ਨਾ ਇੱਕ ਟੀਚਿੰਗ ਦਾ ਐਲੀਮੈਂਟ ਜਿਹੜਾ ਨਾ ਉਹ ਹੈ ਤੇ ਗਰੂਮ ਤੇ ਜ਼ਰਾ ਮੈਂ ਆਪਣੇ ਆਪ ਨੂੰ ਆਪੀ ਕੀਤਾ ਮਤਲਬ ਇੱਕ ਟਾਈਮ ਦੇ ਨਾਲ ਨਾਲ ਮੇਰੇ ਵੀ ਟੀਚਰਸ ਜਿਹੜੇ ਰਹੇ ਨੇ ਉਹਨਾਂ ਨੇ ਮਤਲਬ ਬਹੁਤ ਸਾਰੇ ਲੋਕਾਂ ਕੋਲ ਸਿੱਖ ਕੇ ਮਤਲਬ ਇੱਕ ਸਪੰਜ ਵਾਂਗੂ ਜਿਹੜਾ ਮੈਨੂੰ ਨਿਚੋੜਿਆ ਹਰ ਉਸ ਬੰਦੇ ਨੂੰ ਜਿਹਦੇ 'ਚ ਮੈਨੂੰ ਕੁਝ ਨੌਲੇਜ ਨਜ਼ਰ ਆਈ ਤੇ ਮੈਂ ਮਤਲਬ ਜਿਹੜਾ ਵਾ ਨਾ ਸਿਖਾਣਾ ਵਾ ਮਾਰਸ਼ਲ ਆਰਟਸ ਜਿਹੜਾ ਨਾ ਉਹ ਮੈਂ ਛੱਡ ਦਿੱਤੇ ਸਨ ਤਕਰੀਬਨ ਕੋਈ 10 ਸਾਲ ਛੱਡੇ ਰੱਖੇ अर्लियर एज च अपनी मैं करना था ਜਦੋਂ ਬਿਲਕੁਲ ਮੈਂ ਸਨ 18 to 22 ਦੇ ਅਰਾਊਂਡ ਲੇਕਿਨ ਫਿਰ ਕੋਈ ਐਜੂਕੇਸ਼ਨ ਆ ਗਈ ਸਟੱਡੀ ਆ ਗਈ ਜੌਬ ਆ ਗਈ ਲੇਕਿਨ ਫਿਰ ਮੈਂ ਜਦੋਂ ਖਾਸ ਤੌਰ ਅੱਜ ਕੱਲ੍ਹ ਜਿਹੜੇ ਹਾਲਾਤ ਬਣੇ ਸਨ ਜਿਨ੍ਹਾਂ 'ਚ ਕਾਫੀ ਛੁੱਟੀਆਂ ਵੀ ਆਈਆਂ ਇਹ ਉਹ ਵਿੱਚ ਹਾਂ ਲੋਕਡਾਊਨ 'ਚ ਕਨਸਟੈਂਟਲੀ ਘਰ ਰਹਿਣਾ ਪਿਆ ਤੇ ਮੈਂ ਫਿਰ ਮਤਲਬ ਦੁਬਾਰਾ ਮੇਰੀ ਬੋਡੀ ਨੇ ਆਟੋਮੈਟਿਕਲੀ ਉਹਨਾਂ ਚੀਜ਼ਾਂ ਵੱਲ ਵਾਪਸ ਗਈ ਜਿਹੜੀ ਮਤਲਬ ਮਾਰਸ਼ਲ ਆਰਟਸ ਕਰ ਰਿਹਾ ਸੀ ਤੇ ਟੀਚ ਵੀ ਕਰਨਾ ਵਾ ਲੇਕਿਨ ਕਿਉਂਕਿ ਅਜੇ ਮੈਂ ਦੁਬਾਰਾ ਰੀਗੇਨ ਕਰ ਰਿਹਾ ਆਪਣੇ ਆਪ ਨੂੰ ਮੈਂ ਓਪਨਲੀ ਨਹੀਂ ਕਹਾਂਗਾ ਕਿ ਮਤਲਬ ਮੈਂ ਉਸ ਲੈਵਲ ਤੇ ਆ ਕਿ ਮੈਂ ਐਕਸਪਰਟ ਲੈਵਲ ਤੇ ਕਿਸੇ ਨੂੰ ਟੀਚ ਕਰ ਲੇਕਿਨ ਬੋਡੀ ਬਿਲਡਿੰਗ ਔਰ ਜਿਮ ਔਰ ਨਿਊਟ੍ਰੀਸ਼ਨ ਦੀ ਕੋਚਿੰਗ ਮੈਂ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਮੈਨੂੰ ਆਪ ਵੀ ਬਹੁਤ ਅੱਛਾ ਲੱਗਾ ਮੈਂ ਖੁਸ਼ ਹੋਇਆ ਕਿ ਜਦੋਂ ਤੁਸੀਂ ਮੇਰੇ ਕੋਲ Thank ਆਏ you ਹੋ so ਮੈਂ much ਬਹੁਤ ਜੀ। ਕੁਝ ਸਿੱਖਿਆ ਤੁਹਾਡੇ ਕੋਲੋਂ ਮੈਂ ਖੁਦ ਇਹ ਕਹਾਂਗਾ ਕਿ ਸਾਡੀ ਆਡੀਅנס ਨੂੰ ਵੀ ਮਜ਼ਾ ਆਏਗਾ ਜਦੋਂ ਸੁਣਨਗੇ ਦੇਖਣਗੇ ਔਰ ਮੈਨੂੰ ਉਮੀਦ ਆ ਕਿ ਉਹਨਾਂ ਨੂੰ ਪਸੰਦ ਆਏਗਾ ਸੋ ਮੈਂ ਅੱਜ ਜਿਹੜੀ ਗੱਲ ਸਿੱਖੀ ਆ ਕਿ ਅਗਰ ਕੋਈ ਇਨਸਾਨ ਮਿਹਨਤ ਕਰੇ ਤੇ ਉਹ 뮤직 ਨੂੰ ਵੀ ਟਾਈਮ ਦੇ ਸਕਦਾ ਵਾ ਔਰ ਆਪਣੀ ਜੌਬ ਨੂੰ ਵੀ ਆਪਣੀ ਫੈਮਿਲੀ ਨੂੰ ਵੀ ਜੇ ਅਗਰ ਕੁਝ ਕਰਨਾ ਹੋਵੇ ਤੇ ਬੰਦਾ ਜ਼ਰੂਰ ਕਰ ਸਕਦਾ ਤੇ ਮੈਂ ਉਮੀਦ ਕਰਾਂਗਾ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਾ ਹੋਵੇਗਾ ਸੋ ਮੈਂ ਇਜਾਜ਼ਤ ਚਾਹਾਂਗਾ ਔਰ ਸਾਰੇ ਸਾਡੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਬਾ ਜੀ ਸਟੂਡੀਓ ਨੂੰ ਔਰ ਅਸੀਂ ਨਵੀਂ ਵੀਡੀਓ 'ਚ ਮਿਲਾਂਗੇ ਤੁਹਾਨੂੰ ਨਵੇਂ ਕਲਾਕਾਰ ਨਾਲ ਰੱਬ ਰਾਖਾ ਲਵ ਯੂ ਆਲ